ਅੱਜ ਜਿਹੜੀ ਇਹ ਸਰਕਾਰ ਪੰਜਾਬ 'ਚ ਬਣੀ ਆ, ਇਹਦਾ ਸਭ ਤੋਂ ਵੱਡਾ ਸਲੋਗਨ ਸੀ ਬਦਲਾਵ। ਕਿ ਤੁਸੀਂ ਕਾਂਗਰਸ ਵੀ ਵੇਖ ਲਈ, ਸ਼੍ਰੋਮਣੀ ਅਕਾਲੀ ਦਲ ਵੀ ਵੇਖ ਲਏ, ਹੁਣ ਬਦਲਾਵ ਵੇਖੋ। 1.5 ਸਾਲ 'ਚ ਬਦਲਾਵ ਦੇ ਰੰਗ ਤੁਸੀਂ ਸਾਰੇ ਹੀ ਵੇਖ ਰਹੇ ਹੋ। ਕਿਵੇਂ ਮੀਡੀਆ ਨੂੰ ਦਬਾਇਆ ਜਾ ਰਿਹਾ, ਕਿਵੇਂ ਮੀਡੀਆ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਡੈਮੋਕ੍ਰੇਸੀ ਦੇ ਚੌਥੇ ਪਾਵੇ ਨੂੰ ਕਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਉਹ ਇੱਕ ਵੱਖਰੀ ਗੱਲ। ਸਿੱਧੂ ਮੂਸੇਵਾਲਾ ਕੇਸ, ਬ੍ਰੌਡ ਡੇਲਾਈਟ ਮਰਡਰਸ, ਲਾਰੈਂਸ ਬਿਸ਼ਨੋਈ ਦਾ ਇੰਟਰਵਿਊ, ਡਿਵੈਲਪਮੈਂਟ ਬੰਦ, ਇਹ ਮਹਾਰਾਸ਼ਟਰ ਜਾਣ, ਰਿਲਾਇੰਸ ਦੇ ਅੰਬਾਨੀ ਸਾਹਿਬ ਇਹਨਾਂ ਨੂੰ ਮਿਲਣਾ ਨਾ ਪਸੰਦ ਕਰਨ। ਪਿਛਲੇ 1.5 ਸਾਲਾਂ 'ਚ ਇੱਕ ਵੀ ਪ੍ਰੋਜੈਕਟ ਮੌਜੂਦਾ ਸਰਕਾਰ ਨੇ ਕੋਈ ਉਦਘਾਟਨ ਕੀਤਾ ਹੋਵੇ? ਹਾਂ, ਉਹ ਜ਼ਰੂਰ ਕੀਤਾ। ਜਿਹੜਾ ਕੈਪਟਨ ਸਾਹਿਬ ਵੇਲੇ ਚੱਲ ਗਿਆ ਸੀ ਵਾਈਬਰੋ, ਉਹਦਾ ਜ਼ਰੂਰ ਇਹਨਾਂ ਨੇ ਜਾ ਕੇ ਫੋਟੋ ਆਪ ਕੀਤੀ। ਅੱਜ ਹੜ੍ਹਾਂ ਦੀ ਮਾਰ ਐਡੀ ਵੱਡੀ ਪੈ ਰਹੀ ਹੈ, ਇਹਨਾਂ ਦੇ ਐਮਐਲਏਆਂ ਦੇ ਰੰਗ, ਮੁੱਖ ਮੰਤਰੀ ਸਾਹਿਬ ਦੇ ਰੰਗ ਤੁਹਾਡੇ ਸਾਹਮਣੇ ਨੇ ਕਿ ਲੋਕਾਂ ਦਾ ਡੇਲੀ ਨੁਕਸਾਨ ਹੋ ਰਿਹਾ। ਨਾਲਿਆਂ ਦੀ, ਨਹਿਰਾਂ ਦੀ, ਕੱਸੀਆਂ ਦੀ ਕੋਈ ਖੁਲਾਈ ਨਹੀਂ, ਕੋਈ ਸਫਾਈ ਨਹੀਂ। ਲੋਕਾਂ ਨੂੰ ਫਸਲਾਂ ਦਾ ਨੁਕਸਾਨ ਹੋ ਗਿਆ, ਕੋਈ ਮਦਦ ਨਹੀਂ। ਜਾਨੀ ਮਾਲੀ ਨੁਕਸਾਨ ਹੋ ਗਿਆ, ਕੋਈ ਮਦਦ ਨਹੀਂ। ਔਰ ਲੋਕ ਸੋਚਦੇ ਆ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਸੀ ਔਰ ਆਪੋਜੀਸ਼ਨ ਪਾਰਟੀ ਨੇ ਇਹਨਾਂ ਗੱਲਾਂ ਨੂੰ ਉਠਾਇਆ। ਮਗਰ ਮੈਂ ਸਮਝਦਾ ਸਰਕਾਰ ਦੀ ਸਭ ਤੋਂ ਵੱਡੀ ਇੰਡਾਈਟਮੈਂਟ ਕੱਲ ਆਨਰੇਬਲ ਸੁਪਰੀਮ ਕੋਰਟ ਨੇ ਕਰਤੀ। ਜਦ ਆਨਰੇਬਲ ਸੁਪਰੀਮ ਕੋਰਟ ਨੇ ਸਪਸ਼ਟ ਹੀ ਕਹਿਤਾ, ਜਦੋਂ ਕੇਜਰੀਵਾਲ ਸਾਹਿਬ, ਕਿਉਂਕਿ ਇਹਨਾਂ ਦਾ ਮਾਡਲ ਤਾਂ ਕੇਜਰੀਵਾਲ ਹੈ ਨਾ, ਇਹ ਤਾਂ ਭਗਵੰਤ ਮਾਨ ਜੀ ਤਾਂ ਇੱਕ ਮਾਰਕਾ ਹੈ, ਤਾਂ ਜਦੋਂ ਮਰਜ਼ੀ ਬਦਲ ਜਾਵੇ। ਇਹ ਤਾਂ ਰੰਗ ਹੈ, ਸਵੇਰੇ ਬਦਲ ਦੇਣ ਰੰਗ ਨੂੰ, ਕੋਈ ਹੋਰ ਨੂੰ ਲੈ ਆਉਣ। ਜਿਹੜਾ ਅਸਲ ਮਾਰਕਾ, ਜਿਵੇਂ ਹਾਂਡਾ ਅਸਲ ਮਾਰਕਾ, ਥੱਲੇ ਕਦੇ ਸਪਲੈਂਡਰ ਨਿਕਲ ਆਉਂਦਾ, ਕਦੇ ਦੂਜਾ ਨਿਕਲ ਆਉਂਦਾ, ਸਕੂਟੀ ਜੀ ਆ ਜਾਂਦੀ ਹੈ। ਇਹ ਨਿਰਾ ਤਾਂ ਸਕੂਟੀ ਸਕਾਟੀ ਵਾਲਾ ਹੀ ਕੰਮ ਆ ਇਹਨਾਂ ਦਾ। ਇਹ ਤਾਂ ਕਦੋਂ ਮਰਜ਼ੀ ਬਦਲ ਦੇਣ, ਸਪਲੈਂਡਾ ਆ ਜੇ, CD 100 ਆ ਜੇ, ਕੀ ਪਤਾ ਲੱਗਦਾ। ਮਗਰ ਉਹਦੀ ਜਾਨ ਫੂਕ ਕਿਹਨੇ ਕੱਢੀ? ਦੇਖੋ, ਇਹ ਹਾਸੇ ਦਾ ਵਿਸ਼ਾ ਨਹੀਂ। 2 ਆਨਰੇਬਲ ਜੱਜ ਸਾਹਿਬਾਨਾਂ ਨੇ, ਦ ਹਾਈਐਸਟ ਅਥਾਰਟੀ ਜਸਟਿਸ SK ਕੌਲ ਸਾਹਿਬ ਤੇ ਜਸਟਿਸ ਸੁਧਾਂਸ਼ੂ ਧੂਲੀਆ, ਔਰ ਦੁਖੀ ਹੋ ਕੇ ਜਦੋਂ ਸਰਕਾਰ ਡਿਵੈਲਪਮੈਂਟ ਨੂੰ, ਇਨਫਰਾਸਟ੍ਰਕਚਰ ਨੂੰ, ਕਿਉਂਕਿ ਜੇ ਸੂਬੇ ਨੇ ਗਰੋ ਕਰਨਾ ਨਾ ਜੀ, ਤੁਹਾਨੂੰ ਪੈਸੇ, ਕੈਪੀਟਲ ਇਨਵੈਸਟਮੈਂਟ ਕਰਨੀ ਪਊਗੀ। ਤੁਸੀਂ ਪਿਛਲੇ 2 ਬਜਟ ਖੋਲ ਲਿਓ ਪੰਜਾਬ ਸਰਕਾਰ ਦੇ, ਕਰਜ਼ੇ ਚੜਾਤੇ 40-40 ਹਜ਼ਾਰ ਕਰੋੜ ਦੇ। ਕੈਪੀਟਲ ਇਨਵੈਸਟਮੈਂਟ ਕੱਢਿਓ ਕਿੰਨੀ ਕੀਤੀ ਆ, ਤੁਹਾਨੂੰ ਆ ਜਾਊਗਾ ਕੋਈ 1000 ਕਰੋੜ ਤੱਕ ਵੀ ਨਹੀਂ ਪਹੁੰਚੇ। ਜਦ ਕਿ ਪਿਛਲੀਆਂ ਸਰਕਾਰਾਂ ਨੇ ਆ ਜਿੰਨੀਆਂ ਸੜਕਾਂ ਬਣੀਆਂ ਨੇ, ਜਾਂ ਬਿਜਲੀ ਘਰ ਬਣੇ ਨੇ, ਜਾਂ ਪੁਲ ਬਣੇ ਨੇ, ਤੁਹਾਨੂੰ ਪਤਾ ਹੀ ਆ। ਹੁਣ 1.5 ਸਾਲ 'ਚ ਦੱਸ ਦਿਓ ਜੇ ਇੱਕ ਵੀ, ਚੰਨੀ ਤਾਂ ਪੱਚ ਪੁੱਚ ਲਾਉਣ ਦੀ ਗੱਲ ਕਰਦਾ ਸੀ, ਤਾਂ ਪੱਚ ਵੀ ਨਹੀਂ ਲਾਉਣ ਜੋਗੇ ਰਹੇ। ਜਿਹੜੀ ਸੜਕ ਜਿੱਥੇ ਟੁੱਟ ਗਈ ਉਹ ਹੱਲ ਬਣੇ, ਉਹਦੀ ਖਿਚਾਈ ਆਨਰੇਬਲ ਜੱਜ ਸਾਹਿਬ ਕੀ ਕਹਿ ਕੇ ਕਰ ਰਹੇ ਆ? If 1100 crores can be spent for ads in 3 years, contributions can be made to infrastructure projects, Supreme Court to Delhi government. और ਅੱਗੇ ਜਾ ਕੇ ਕੀ ਕਹਿ ਰਹੇ ਆ ਜੀ? The bench comprising of Justice SK Kaul and Justice Sudhanshu Dhulia ji categorically recorded in the order, it has been recorded for the first time in the history of Indian democracy, ਜਿਹੜੇ ਕਹਿੰਦੇ ਆ ਕਿ ਅਸੀਂ ਬਦਲਾਵ ਆ, ਡਿਵੈਲਪਮੈਂਟ ਦੀ ਗੱਲ ਕਰਦੇ, ਉਹਨਾਂ ਦੀ ਇੱਕ ਤੋਂ ਸਖਤ ਸਜ਼ਾ ਕੀ ਹੋ ਸਕਦੀ ਹੈ? ਕਹਿੰਦੇ we are constrained to pass the last order only on account of the fact that the Delhi government had thrown its hand up for contributing their proportionate amounts. It further noted that if 1100 crores can be spent for advertisement in the last 3 financial years, certainly
contributions can be made to infrastructure project। ਮਸ਼ਹੂਰੀ ਤੇ ਤਾਂ ਤੁਸੀਂ ਖਰਚ ਕਰੀ ਜਾਂਦੇ ਹੋ, ਮਸ਼ਹੂਰੀ ਵਾਸਤੇ ਕੰਮ ਹੈ ਕੋਈ ਨਹੀਂ ਥੱਲੇ, ਮਗਰ ਮਸ਼ਹੂਰੀ ਪੂਰੀ ਹੈ। ਇੱਥੇ ਜਿਵੇਂ ਪੰਜਾਬ 'ਚ ਤਾਂ 750 ਕਰੋੜ ਰੁਪਈਆ ਖਰਚ ਕਰਤਾ ਸਾਲ ਦਾ, ਮਸ਼ਹੂਰੀ ਪੂਰੀ। ਕੇਰਲਾ ਚਲੇ ਜਾਓ, ਤਮਿਲਨਾਡੂ ਚਲੇ ਜਾਓ ਕਿ ਸਾਡੇ ਇੱਥੇ ਆਇਓ, ਅਸੀਂ ਮਹੱਲਾ ਕਲੀਨਿਕ ਬਣਾਏ। ਹੁਣ ਦੱਸੋ ਤਮਿਲਨਾਡੂ ਤੋਂ ਸਟੈਲਨ ਸਾਹਿਬ ਦੇ ਸੂਬੇ 'ਚ ਕਿਸੇ ਨੇ ਆਉਣਾ ਇੱਥੇ ਭਗਵੰਤ ਮਾਨ ਕੋਲ ਇਲਾਜ ਕਰਾਉਣ? ਇਹ ਤਾਂ ਆਪ ਦਾ ਇਲਾਜ ਕਰਾਉਂਦੇ ਫਿਰਦੇ ਜਾ ਕੇ ਤਮਿਲਨਾਡੂ, ਕੋਈ ਸਾਡੀ ਮਦਦ ਕਰਦੇ। ਸਟੈਲਿਨ ਉੱਥੇ ਅੰਗਰੇਜ਼ੀ ਵੇਖੀ ਸੀ ਕਿਹੇ ਜੀ ਬੋਲੀ ਇਹਨਾਂ ਨੇ, ਉਹ ਸਟੈਲਿਨ ਸਾਹਿਬ ਦੇ ਨਹੀਂ ਸਮਝ ਆਈ ਕਿ ਕੀ ਕੁਝ ਬੋਲ ਗਿਆ ਇੱਥੇ ਆ ਕੇ। ਮੇਰਾ ਵੀਰ ਉੱਥੇ ਇਸ਼ਤਿਹਾਰ, ਕੇਰਲਾ 'ਚ ਇਸ਼ਤਿਹਾਰ, ਪੰਜਾਬ 'ਚ ਤਾਂ ਤੁਹਾਡੇ ਤੋਂ ਨਾ ਸਕੂਲ 'ਚ ਕੋਈ ਖਰਚ ਹੋ ਰਿਹਾ, ਨਾ ਤੁਸੀਂ ਕੋਈ ਨਵਾਂ ਹਸਪਤਾਲ ਜੋੜਿਆ, ਨਾ ਕੋਈ ਨਵਾਂ ਕਾਲਜ ਜੋੜਿਆ, ਨਾ ਕੋਈ ਨਵੀਂ ਸੜਕ ਬਣਾਈ, ਨਾ ਕੋਈ ਨਵਾਂ ਪੁਲ ਬਣਾਇਆ, ਪੁਰਾਣੇ ਟੁੱਟਦੇ ਜਾਂਦੇ ਆ। ਔਰ ਉਹੀ ਦਿੱਲੀ ਵਾਲਾ ਮਾਡਲ ਜਿਹਦੀ ਆਨਰੇਬਲ ਸੁਪਰੀਮ ਕੋਰਟ ਖਚਾਈ ਕਰ ਰਿਹਾ, ਉਹ ਪੰਜਾਬ 'ਚ ਵੀ ਲਾਗੂ ਹੋ ਰਿਹਾ। ਔਰ ਦਿੱਲੀ 'ਚ ਤਾਂ ਇਹ ਕੱਲਾ ਮੈਂ ਹੋਰ ਦੱਸ ਦਿਆਂ, ਦਿਸ ਇਜ਼ ਓਨਲੀ ਫਰੋਮ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਉਹਨਾਂ ਨੇ ਕੱਢਿਆ 1100। ਜੇ ਬਾਕੀ ਮਹਿਕਮਿਆਂ ਦਾ ਕੱਢਣ ਤੇ ਇਹ ਆਲਮੋਸਟ ਮੈਂ ਸਮਝਦਾ ਹਾਂ ਕਿ 3-4 ਹਜ਼ਾਰ ਕਰੋੜ ਬਣ ਜੂ 3 ਸਾਲਾਂ 'ਚ। ਜਿਵੇਂ 750 ਕਰੋੜ ਆਪਣਾ ਸਾਲ ਦਾ ਹੈ ਨਾ, ਮਸ਼ਹੂਰੀ ਤੇ ਕੰਮ ਪੂਰਾ, ਅੱਗੋਂ ਨਿਕਲ ਕੱਢਣ ਪਾਉਣ ਨੂੰ ਕੁਛ ਨਹੀਂ। ਆ 750 ਕਰੋੜ ਖਰਚ ਤਾਂ ਭਾਈ ਖਰਚ ਦੋ, ਮੇਰੇ ਵੱਲੋਂ 1500 ਖਰਚ ਦੋ, ਮਗਰ ਜਿਨ੍ਹਾਂ ਦਾ ਪਾਣੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਪਹਿਲਾਂ ਦੇ ਦਿਓ, ਮੁੜ ਕੇ ਤੁਹਾਡੇ ਕੋਲ ਵਾਧੂ ਤੁਸੀਂ ਜੋ ਮਰਜ਼ੀ ਕਰ ਦਿਓ। ਸਕੂਲ ਕਾਲਜ ਬਣਾ ਦਿਓ, ਸੜਕਾਂ ਬਣਾ ਦਿਓ, ਪੁਲ ਬਣਾ ਦਿਓ, ਲੋਕਾਂ ਨੂੰ ਬੱਤੀ ਦੇ ਦਿਓ, ਤੇ ਮੁੜ ਕੇ ਭਾਵੇਂ ਜਿੰਨੀ ਮਰਜ਼ੀ ਆਪਦੀ ਮਸ਼ਹੂਰੀ ਕਰ ਦਿਓ, ਮਗਰ ਮਸ਼ਹੂਰੀ ਪਹਿਲਾਂ ਤੇ ਕੰਮ ਕੋਈ। ਇਸੇ ਬਦਲਾਅ 'ਚ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ, ਆ ਭਾਵੇਂ ਆ ਵਿਧਾਨ ਸਭਾ ਦੇ ਇਜਲਾਸ 'ਚ ਕੱਲ ਗਵਰਨਰ ਸਾਹਿਬ ਨੇ ਇਹਨਾਂ ਨੂੰ ਜਵਾਬ ਦੇ ਹੀ ਦਿੱਤਾ ਕਿ ਭਾਈ ਤੁਸੀਂ ਕੋਈ ਮਨਜ਼ੂਰੀ ਨਹੀਂ ਲਈ। ਔਰ ਮੈਂ ਨਾ ਮਾਨੂੰ, ਹਰ ਇੰਸਟੀਟਿਊਸ਼ਨ ਦੀ ਧੱਜੀਆਂ ਉਡਾਉਣੀਆਂ ਕੋਈ ਇਹਨਾਂ ਤੋਂ ਸਿੱਖੀ। ਔਰ ਉਹ ਚਾਰਾ ਜਿਹੜੇ 2 ਦਿਨ ਉੱਥੇ ਸੈਸ਼ਨ ਚੱਲਿਆ, ਮੈਂ ਤੁਹਾਨੂੰ ਪਿਛਲੀ ਵਾਰੀ ਕਿਹਾ ਸੀਗਾ ਕਿ ਉੱਥੇ DGP ਦੀ ਅਪਾਇੰਟਮੈਂਟ ਨੂੰ ਲੈ ਕੇ ਇੱਕ ਬਿੱਲ ਆਉਣਾ। ਹੁਣ ਜਿਹੜੀ ਗਵਰਨਰ ਸਾਹਿਬ ਦੀ ਮੈਂ ਗੱਲ ਦੀ ਤਾਇਦ ਕਰ ਰਿਹਾ, ਜੇ ਇਹ ਬਜਟ ਦਾ ਹਿੱਸਾ ਸੀ ਤੇ ਕੀ ਉਹ ਬਿੱਲ ਉਦੋਂ ਕੋਈ ਬਿੱਲ ਆਇਆ ਸੀ ਜਿਸ 'ਚ DGP ਦੀ ਅਪਾਇੰਟਮੈਂਟ ਦੇ ਨਵੇਂ ਰੂਲ ਫਰੇਮ ਹੋਣੇ ਸੀ? ਉਹ ਤਾਂ ਆਇਆ ਹੀ ਐਤਕੀ। ਤੁਸੀਂ ਨਵੇਂ ਬਿੱਲ ਲਿਆ ਰਹੇ ਹੋ, ਮਤਲਬ ਕਿ ਤੁਹਾਡਾ ਵਾਕਈ ਬਜਟ ਸੈਸ਼ਨ ਨਾਲ ਕੋਈ ਤਾਲੁਕਾਤ ਨਹੀਂ ਸੀ। ਮੈਂ ਬਿੱਲਾਂ ਤੋਂ ਗੱਲ ਕਰ ਰਿਹਾ। ਆ ਭਾਵੇਂ ਉਹ ਪ੍ਰਸਾਰਣ ਦੀ ਗੱਲ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹ ਵੀ ਬਜਟ ਦਾ ਕੋਈ ਉਦੋਂ ਬਿੱਲਾਂ ਦਾ ਜ਼ਿਕਰ ਨਹੀਂ ਹੋਇਆ ਸੀ। ਸੇਮ ਵੇ ਜਿਹੜੀ ਬਾਕੀ ਦੇ ਵੀ ਬਿੱਲ ਇਹਨਾਂ ਨੇ ਪਾਸ ਕੀਤੇ ਨੇ, ਇਹ ਤੋਂ ਸਪਸ਼ਟ ਹੁੰਦਾ ਹੈ ਕਿ ਹਾਓ ਜਿਹੜੀ ਇੱਕ ਕੌਨਸਟੀਟਿਊਸ਼ਨਲ ਅਥਾਰਟੀ ਹੈ, ਸਭ ਨੂੰ ਪਤਾ ਹੈ ਕਿ ਭਾਈ ਗਵਰਨਰ ਦੀ ਪਰਮਿਸ਼ਨ ਤੋਂ ਬਾਅਦ ਸੈਸ਼ਨ ਬੁਲਾਇਆ ਜਾਂਦਾ ਹੈ। ਜਦੋਂ ਸਰਕਾਰ ਕੈਬਨਿਟ ਫੈਸਲਾ ਕਰਦੀ ਹੈ, ਗਵਰਨਰ ਕੋਲ ਜਾਂਦਾ ਹੈ, ਉਹ ਤੋਂ ਮਨਜ਼ੂਰੀ ਮਿਲਦੀ ਹੈ। ਫਿਰ ਇਹਨਾਂ ਨੇ ਗਵਰਨਰ ਸਾਹਿਬ ਦਾ ਵੀ ਪਿਛਲੀ ਵਾਰੀ ਮੂਰਖ ਬਣਾਉਣ ਦਾ ਕੋਸ਼ਿਸ਼ ਕੀਤੀ, ਤਾਂ ਸਾਡਾ ਤਾਂ BAC ਫੈਸਲਾ ਕਰੂ। BAC ਤਾਂ ਤੁਸੀਂ ਜਿਹੜਾ ਏਜੰਡਾ ਪਾਸ ਕੀਤਾ ਉਹਦੇ ਤਾਂ ਲਿਆ ਹੀ ਨਹੀਂ BAC 'ਚ, ਉਹ ਤਾਂ ਤੁਸੀਂ ਅਗਲੇ ਦਿਨ ਛਾਪੇ ਕਿਹੜੇ ਸੀ। ਸੋ ਹਰ ਜਗ੍ਹਾ ਹੀ ਕਿਵੇਂ ਅਥਾਰਟੀ ਨੂੰ, ਇੰਸਟੀਟਿਊਸ਼ਨਸ ਨੂੰ ਡੀਰੇਲ ਕਰਨਾ ਹੈ। ਔਰ ਅੱਜ ਆਨਰੇਬਲ ਸੁਪਰੀਮ ਕੋਰਟ ਨੂੰ ਜੇ ਦਖਲ ਦੇਣਾ ਪੈ ਜਾਏ, ਮੈਨੂੰ ਤਾਂ ਲੱਗਦਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦਖਲ ਦੇਣਾ ਪੈਣਾ ਕਿ ਉਹੀ ਹਾਲ ਪੰਜਾਬ 'ਚ। ਇਸ਼ਤਿਹਾਰ ਪੂਰੇ, ਕੰਮ ਜ਼ੀਰੋ। ਮਤਲਬ ਆ ਨੌਕਰੀਆਂ ਦੇ ਮਾਮਲੇ 'ਚ, ਹਰ ਮਾਮਲੇ 'ਚ ਸਰਕਾਰ ਫੇਲ ਹੋ ਗਈ। ਅੱਜ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਘਟਾਵਾਂਗੇ, ਪਿਛਲੀਆਂ ਸਰਕਾਰਾਂ ਨੇ ਕਰਜ਼ਾਈ ਬਣਾਤੇ, ਤਾਂ ਐਡੀਸ਼ਨ ਤੇ ਲੱਗੇ ਆ। ਹੁਣ ਤਨਖਾਹਾਂ ਵੀ ਨਹੀਂ ਦਿੱਤੀਆਂ ਕਿ ਕਿੰਨੇ ਮੁਲਾਜ਼ਮ ਪਿੱਟਦੇ ਫਿਰਦੇ ਕਿ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਕਿਹੜੇ ਪੈਮਾਨੇ 'ਚ ਕਿ ਲੋਕਾਂ ਨੇ ਇਸ ਬਦਲਾਵ ਲਈ ਵੋਟਾਂ ਪਾਈਆਂ ਸੀ। ਔਰ ਸੈਕੰਡਲੀ ਮੈਂ ਡਿਮਾਂਡ ਐਕਸ਼ਨ ਕਰਦਾ, ਔਰ ਮੈਂ ਚਾਹੁੰਦਾ ਕਿ ਜਾਂ ਤਾਂ ਆਨਰੇਬਲ ਜਿਵੇਂ ਸੁਪਰੀਮ ਕੋਰਟ ਦੀ ਲਾਈਨ ਤੇ ਚੀਫ ਜਸਟਿਸ ਸਾਹਿਬ ਸੂ ਮੋਟੋ ਐਕਸ਼ਨ ਲੈਣ ਕਿ ਇੱਥੇ ਲੋਕਾਂ ਨੂੰ ਤਾਂ 2 ਵਕਤ ਦੀ ਰੋਟੀ ਨਹੀਂ ਪਹੁੰਚ ਰਹੀ, ਬੱਚਿਆਂ ਨੂੰ ਮਿਡ ਡੇ ਮੀਲ ਨਹੀਂ ਪਹੁੰਚ ਰਿਹਾ। ਉਹ ਵੇਖਿਆ ਹੀ ਸੀ, ਉਹ ਧਾਲੀਵਾਲ ਸਾਹਿਬ ਟਮਾਟਰ ਲੱਭਦੇ ਫਿਰਦੇ ਸੀ, ਉਹਨਾਂ ਨੂੰ ਬੇਸਿਕ ਮਿਡ ਡੇ ਮੀਲ ਨਹੀਂ ਪਹੁੰਚ ਰਹੀ, ਤਦੇ ਤੁਹਾਨੂੰ ਟਮਾਟਰ ਲੱਭਣਾ ਪਿਆ।
ਇਹਨਾਂ ਚੀਜ਼ਾਂ ਵੱਲ ਧਿਆਨ ਦਿਓ। ਆ ਪਾਣੀ ਦੇ ਹੜ੍ਹਾਂ ਦੀ ਮਾਰ ਵੱਲ ਧਿਆਨ ਦਿਓ। ਕੋਈ ਚੀਫ ਜਸਟਿਸ ਸਾਹਿਬ ਸੂ ਮੂਟੋ ਲੈਣ, ਜਿਵੇਂ ਸੁਪਰੀਮ ਕੋਰਟ ਨੇ ਕੀਤਾ ਕਿ ਫਜ਼ੂਲ ਖਰਚੀ। ਇੱਕ ਪਾਸੇ ਤਾਂ ਕਹਿੰਦੇ ਸਾਨੂੰ ਅਸੀਂ ਆਮ ਆਦਮੀ ਆ ਜਹਾਜ਼ ਲੈ ਕੇ ਉਹ ਫਜ਼ੂਲ ਖਰਚੀ ਜਿੱਥੇ ਸਾਰੇ ਦੇਸ਼ 'ਚ ਫਿਰ ਰਹੇ। ਆ ਪੱਤਰਕਾਰ ਸਾਹਿਬ ਨੇ ਗਗਨ ਜੀ, ਕੱਲ੍ਹ ਦੀ ਇਹਨਾਂ ਦੀ ਵੀਡੀਓ ਆਈ, ਉਹ ਵਿਚਾਰੇ ਨੂੰ ਕਿਤੇ ਉਹਨੇ ਸਾਡੇ ਬਾਰੇ ਤਾਂ ਬਹੁਤ ਕੁਝ ਤੁਸੀਂ ਛਾਪ ਦਿੰਦੇ ਸੀ, ਕਦੇ ਇਸ ਤਰ੍ਹਾਂ ਦਾ ਬਦਲਾਵ ਤਾਂ ਨਹੀਂ ਆਇਆ। ਸੇਵਾ ਜੇ ਇਸ ਤਰ੍ਹਾਂ ਦੀ ਹੋ ਗਈ ਵਿਚਾਰੇ ਦੀ, ਉਹਦੀ ਇਨਕੁਆਇਰੀ ਹੋਵੇ, ਪਰਚਾ ਦਰਜ ਹੋਵੇ। ਇਸੇ ਤਰ੍ਹਾਂ ਉਹ ਕੱਲ੍ਹ ਇੱਕ MLA ਸਾਹਿਬ ਸਨ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ, ਜੇ ਇਸ MLA ਨੂੰ ਦੱਸਣਾ ਪਏ ਜੇ ਮੈਂ MLA ਆ, ਉਹ ਕਾਹਦਾ MLA ਆ ਭਾਈ, ਔਰ ਉੱਤੋਂ ਬਦਤਮੀਜ਼ੀ ਕਰੇ ਟ੍ਰੈਫਿਕ ਪੁਲਿਸ ਨਾਲ, ਕਿ ਇਸ ਬਦਲਾਵ ਲਈ ਤੁਸੀਂ ਵੋਟਾਂ ਪਾਈਆਂ ਸਨ। ਇਹ ਸਾਰੀਆਂ ਚੀਜ਼ਾਂ ਲੈ ਕੇ ਸਰਕਾਰ ਜਵਾਬ ਦੇਈ। ਔਰ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਪਰਚਾ ਦਰਜ ਹੋਵੇ ਜਿਹਨੇ ਕੋਈ ਨੋਬਡੀ ਅਬਵ ਲਾਅ। ਸੇਮ ਵੇ ਜੇ ਬਾਗੇ ਪੁਰਾਣੇ MLA ਤੇ ਕੋਈ ਇਹੋ ਜਿਹੀ ਲੱਗੀ ਆ, ਉਸ ਗੱਲ ਦੀ ਵੀ ਜਾਂਚ ਹੋਵੇ, ਵੀਜ਼ ਔਨ ਦਾ ਰੌਂਗ ਉੱਤੇ ਕਾਰਵਾਈ ਹੋਵੇ। ਪਰ ਦਫ਼ਤਰ ਦੇ ਵਿੱਚ ਵੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਮਤਲਬ ਬੇਇੱਜ਼ਤ ਕੀਤਾ ਗਿਆ, ਮਰਨ ਕਿਨਾਰੇ ਵਾਲਾ ਕੰਮ ਕਰਦਾ। ਜਦੋਂ ਇੱਕ MLA ਥੋੜੇ ਸਿੱਧੇ ਚਪੇੜੇ ਮਾਰਦਾ ਆਪਦੇ 50-60 ਵਰਕਰਾਂ ਦੇ ਵਿੱਚ, ਉਹ 60 ਜਿਹੜੇ 50 ਵਰਕਰ ਨੇ ਉਹ ਅਲੱਗ-ਅਲੱਗ ਪਿੰਡਾਂ ਦੇ ਨੇ ਯਾਰ। ਮੇਰੇ ਪਿੰਡ ਦੇ ਵੀ ਹੋਣਗੇ, ਨਾਲ ਦੇ ਪਿੰਡਾਂ ਦੇ ਵੀ ਹੋਣਗੇ, ਤੇ ਮੇਰੀ ਤਾਂ ਬੇਇੱਜ਼ਤੀ ਹੈ ਜਦੋਂ ਚੈਨਲ ਦਾ ਨਾਮ ਦੱਸਦਾ ਵੀ ਆਹ ਚੈਨਲ ਦਾ ਬੰਦਾ ਵੀ ਆਪਣੇ ਨੂੰ ਕੁੱਟਣ ਲੱਗਿਆ, ਔਰ ਆਪਦੇ ਬੰਦੇ ਨੂੰ ਸਪੈਸ਼ਲ ਗਿਆ, ਕਹਿੰਦਾ ਬਈ ਇਹਦੀ ਵੀਡੀਓ ਬਣਾਓ, ਕਰ ਦੇਣ ਵਾਇਰਲ, ਕੁੱਟਮਾਰ ਕਰਦੇ ਨੇ, ਮੇਰੀ ਵੀਡੀਓ ਵਾਇਰਲ ਕਰ ਦੇਣ। ਉਹਨਾਂ ਨੇ ਬਣਾਈ ਹੈ ਵੀਡੀਓ ਬਾਈ ਜੀ, ਉਹਨਾਂ ਦੇ ਚੈਨਲ ਦੇ ਵਿੱਚ ਪੱਤਰਕਾਰ ਨੇ, MLA ਨੇ ਖੁਦ ਕਿਹਾ, ਕਹਿੰਦਾ ਜੀ ਵੀਡੀਓ ਬਣਾਓ। ਮੈਨੂੰ ਯਾਰ ਕਹਿੰਦੇ ਤੂੰ ਗੋਡਾਂ 'ਚ ਬੈਠ, ਪੈਰਾਂ 'ਚ ਬੈਠ, ਮਤਲਬ ਬੇਇੱਜ਼ਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਯਾਰ। ਇਹ ਇਸ ਤਰੀਕੇ ਨਾਲ ਸਲੂਕ। ਅੱਛਾ, ਮੇਰੀ ਮਜਬੂਰੀ ਇਹ ਹੋ ਗਈ, ਜੇ ਮੈਂ ਉਹਨਾਂ ਦੇ ਸਾਹਮਣੇ ਕਿਸੇ ਵੀ ਤਰੀਕੇ ਨਾਲ ਰਿਐਕਟ ਕਰਦਾ, CCTV ਕੈਮਰੇ ਲੱਗੇ ਹੋਏ ਨੇ, ਸਵਾ ਦਿਨ ਮੈਨੂੰ ਜਿਹੜਾ ਸੋਨੀ ਧਾਲੀਵਾਲ ਹੈ PA ਹੈਗਾ ਅਮਰਤਪਾਲ ਸੁਖਨਾ, ਹੋ ਸਕਦਾ ਅਫੀਸ਼ੀਅਲ PA ਨਾ ਹੋਵੇ, ਤੈਨੂੰ ਪਤਾ ਹੈ ਅਨਅਫੀਸ਼ੀਅਲ PA ਵੀ ਬਹੁਤ ਰੱਖਦੇ ਆ, ਹਾਂ ਹੋ ਸਕਦਾ ਅਨਅਫੀਸ਼ੀਅਲ PA ਹੋਵੇ। ਉਹਨਾਂ ਨੇ ਮੈਨੂੰ ਬੁਲਾਇਆ, ਮੈਂ ਚਲਾ ਗਿਆ ਉਹਨਾਂ ਦੇ ਦਫ਼ਤਰ ਦੀ, ਸਵਾ 3 ਤੋਂ ਲੈ ਕੇ ਆਲਮੋਸਟ 4:30-5 ਵਜੇ ਤੱਕ ਦੀ ਤੁਸੀਂ CCTV ਉਹਨੂੰ ਕਹੇ ਦਿਖਾ ਦਿਓ। ਉਸ ਦਫ਼ਤਰ ਦੇ ਵਿੱਚ ਮੈਂ ਐਂਟਰ ਹੁੰਨਾ, ਬੈਠਦਾ, ਉਹਦੇ ਦਫ਼ਤਰ 'ਚ ਜਾਣਾ, MLA ਮੈਨੂੰ ਗਲਮੇ 'ਚੋਂ ਫੜ ਕੇ ਆਪਦੇ ਬੰਦਿਆਂ ਦੇ ਸਾਹਮਣੇ ਕਹਿੰਦਾ ਚਪੇੜੇ ਮਾਰਦਾ। ਜਦੋਂ ਤੁਸੀਂ ਦਫ਼ਤਰ ਐਂਟਰ ਹੁੰਦੇ ਆ, ਉਦੋਂ ਕਿੰਨੇ ਚਿਰ ਬਾਅਦ ਤੁਹਾਨੂੰ ਕੁੱਟਣ ਲੱਗ ਜਾਂਦੇ ਆ? ਬਾਈ ਜੀ ਦਫ਼ਤਰ ਮੈਂ ਗਿਆ, ਮੈਂ ਤੁਹਾਨੂੰ ਤਾਂ ਕਹਿ ਰਿਹਾ, ਹੀ ਇਜ਼ ਅ ਯੰਗ ਪੱਤਰਕਾਰ ਮੇਰਾ ਵੀ, ਤੁਸੀਂ ਸਾਰੇ ਸੀਨੀਅਰ ਜਰਨਲਿਸਟ ਹੋ, ਕਿਸੇ ਚੁੱਪ ਨਾ ਕਰ ਜਿਓ। ਉਹਦੇ ਗੱਲ ਜਿੰਨੀ ਉਹਦੀ ਵੀਡੀਓ ਸੁਣ ਲਓ, ਸਾਰੀ ਦਲੀਲ ਨਾਲ ਕੀਤੀ ਹੈ, ਫਰੋਮ ਫੋਨ ਕਾਲਸ ਟੂ CCTV ਫੁਟੇਜ। ਕਹਿੰਦਾ ਸੀਜ਼ ਕਰੋ, ਕਹਿੰਦਾ ਨੰਬਰ ਵਿਖਾ ਰਿਹਾ ਮੈਨੂੰ, ਫੋਨ ਆਇਆ। ਗੱਲ ਦੀ ਇਨਕੁਆਇਰੀ ਤਾਂ ਹੋਵੇ, ਹੂਜ਼ ਅਬਵ ਲਾਅ। ਤੁਸੀਂ ਤਾਂ ਕਹਿੰਦੇ ਸੀ, ਤੁਹਾਡਾ ਮੁੱਖ ਮੰਤਰੀ ਆਪ ਕਹਿੰਦਾ ਸੀਗਾ ਕਿ ਭਾਈ MLA ਨੂੰ ਸਵਾਲ ਕਰਿਆ ਕਰੋ, ਜੇ ਤੁਹਾਨੂੰ ਕਿਸੇ ਨੇ ਕਰ ਲਿਆ ਤੁਸੀਂ ਤਾਂ ਇਹ ਜੀ ਉਹਦੀ ਸੇਵਾ ਕੀਤੀ। ਸੋ ਕੱਲੀ ਇਹ ਨਹੀਂ, ਆ ਟ੍ਰੈਫਿਕ ਵਾਇਲੇਸ਼ਨ ਵਾਲੀ ਵੀ ਵੇਖ ਲਓ, ਉਹਦੀ ਵੀ ਵਿਖਾ ਦਿਓ। ਹਾਂਜੀ ਹਾਂਜੀ, ਮੈਂ MLA ਆ, ਹਾਂ ਹਾਂਜੀ ਹਾਂਜੀ, ਮੈਂ ਔਨ ਡਿਊਟੀ ਆ, ਹਾਂ ਹਾਂਜੀ। ਕੀ ਗਾਲ ਕੱਢੀ ਤੁਹਾਨੂੰ? ਕੀ ਗਲਤ ਬੋਲਿਆ ਸਰ? ਕੀ ਬੋਲਿਆ? ਕੀ ਬੋਲਿਆ? ਕਿਆ ਬੋਲਣਾ ਤੁਹਾਨੂੰ? ਬੋਲੋ ਸਰ। ਸਰ ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਇਹ ਫਸ ਗਿਆ, ਉਹਨੇ ਵੇਖ ਲਿਆ ਕਿ ਵੀਡੀਓ ਬਣ ਰਹੀ ਹੈ, ਤੇ ਕਹਿੰਦਾ ਤੂੰ ਮੈਨੂੰ ਗਾਲ ਕੱਢੀ, ਉਹ ਤਾਂ ਸਰ ਕਰ ਰਿਹਾ। ਫਿਰ ਐਡਾ MLA ਗਿਆ ਗੁਜਰਾ ਜਿਹੜਾ ਆਪਦੀ ਘਰ ਵਾਲੀ ਦੇ ਬਗਰ ਲੁੱਕ ਕੇ ਬੋਲੇ, ਕਹਿੰਦਾ ਤੂੰ ਮੇਰੀ ਘਰ ਵਾਲੀ ਨੂੰ ਮਾੜਾ ਬੋਲੇ, ਗਿਵ ਦ ਪ੍ਰੂਫ। ਉਹਨੇ ਤਾਂ ਟ੍ਰੈਫਿਕ ਵਾਇਲੇਸ਼ਨ ਨੇ ਤੈਨੂੰ ਰੋਕਿਆ, ਮਗਰ ਤੂੰ ਆਪਦੀ ਗੱਲ ਕਰਨ ਲਈ ਐਡੇ ਤੁਸੀਂ ਬੇਸ਼ਰਮ ਲੋਕ ਹੋ ਕਿ ਆਪਦੀ ਘਰ ਵਾਲੀ ਨੂੰ ਉਸ ਕੰਮ ਦੇ ਵਿੱਚ ਲਿਆ। ਭਾਈ ਬੰਦਿਆਂ ਵਾਂਗੂ ਲੜ ਲੈ, ਜੇ ਤੂੰ ਫਿਰ ਤੋਂ ਕੋਈ ਗਲਤੀ ਹੋਈ ਆ ਜਾਂ ਤੇਰੇ ਤੋਂ ਹੋ ਗਈ ਫਿਰ ਝੱਲ ਲੈ। ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਸਨ, ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਸਨ ਕਿ ਕਟਾਰੂ ਚੱਕ ਕਰਕੇ ਵਜ਼ੀਰ ਹੋਣਗੇ? ਕਿਹੜੇ ਬਦਲਾਵ ਲਈ ਵੋਟਾਂ ਪਾਈਆਂ ਸਨ? ਮਤਲਬ there is not one answer whether it is development. ਅੱਜ honorable Supreme Court, forget opposition parties, honorable Supreme Court is questioning them कि what are your priorities? ਤੁਹਾਡੀਆਂ what priorities ਨੇ? ਤੁਸੀਂ serious ਹੀ ਨਹੀਂ ਹੋ about the cause। ਅੱਜ ਜਿੰਨੇ ਹਸਪਤਾਲ ਖੋਲੇ ਆ, ਸੌਰੀ ਮੁਹੱਲਾ ਕਲੀਨਿਕ ਖੋਲੇ ਆ, PHC ਬੰਦ ਕਰਕੇ, ਡਾਕਟਰ ਹੈ ਨਹੀਂ, ਨਰਸ ਹੈ ਨਹੀਂ, ਰੋਜ਼ ਰੌਲਾ ਪੈਣ ਡਿਆ, ਹਾਲ ਜਾ ਕੇ ਵੇਖੋ ਕੀ ਆ। ਸੋ ਮੇਰੀ ਇਹ ਸਾਰੀ ਚੀਜ਼ਾਂ ਤੇ ਇੱਕ ਜਿੱਥੇ ਤਾਂ ਪੋਲ ਖੋਲਣ ਦਾ ਕੰਮ ਹੈ, ਦੂਜਾ ਮੈਂ ਕਾਰਵਾਈ ਦੀ ਮੰਗ ਕਰਦਾ। ਤੁਹਾਡੇ ਕੋਈ ਸਵਾਲ ਜੀ? ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਵੀ ਜਿਹੜੇ ਆਪਣੇ ਹੜ੍ਹ ਆਏ ਹੋਏ ਨੇ, ਲੇਕਿਨ ਉੱਥੇ
ਪਸ਼ੂਆਂ ਦੇ ਖਾਣ ਵਾਸਤੇ ਫੀਡ ਨਹੀਂ ਹੈਗੀ ਕਿ ਸਰਕਾਰ ਨੂੰ ਚਾਹੀਦਾ ਨਹੀਂ ਹੈਗਾ ਵੀ ਫੌਰੀ ਤੌਰ ਤੇ ਜਿਹੜੀ ਮਦਦ ਹੈਗੀ ਹੈ, ਬੇਸ਼ੱਕ ਸੈਂਟਰ ਗਵਰਨਮੈਂਟ ਨੇ ਵੀ 200 ਤੋਂ ਉੱਪਰ 200 ਕਰੋੜ ਤੋਂ ਉੱਪਰ ਪੈਸਾ ਭੇਜਿਆ। ਦੇਖੋ ਦੋ ਗੱਲਾਂ ਨੇ ਕਿ ਤੁਹਾਨੂੰ ਮੈਂ ਅੱਜ ਐਜ ਏ ਪੱਤਰਕਾਰ ਤੁਹਾਨੂੰ ਪੁੱਛਦਾ ਕਿ ਤੁਹਾਨੂੰ ਕੋਈ ਜਾਰੀ ਹੋਇਆ ਜੀ ਫਿਗਰ ਕਿ ਇੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ, ਇੰਨੇ ਏਕੜ ਦਾ ਨੁਕਸਾਨ ਹੋਇਆ, ਲੋਕਾਂ ਦੀਆਂ ਫਸਲਾਂ ਦਾ, ਇੰਨਾ ਘਰਾਂ ਦਾ ਨੁਕਸਾਨ ਹੋਇਆ, ਇੰਨੇ ਲੋਕ ਮਰ ਗਏ ਆ, ਇੰਨਾ ਪ੍ਰਾਪਰਟੀ ਦਾ ਨੁਕਸਾਨ ਹੋਇਆ। ਹੈਜ਼ ਐਨੀ ਫਿਗਰ ਬੀਨ ਰਿਲੀਜ਼ਡ ਟਿਲ ਡੇਟ? ਆਨਸਰ ਇਜ਼ ਨੋ। ਵਾਈ? ਤੁਸੀਂ ਅੰਦਾਜ਼ਾ ਹੀ ਕੋਈ ਨਹੀਂ। ਤੁਸੀਂ 33 ਕਰੋੜ ਇੱਕ ਖਬਰ ਦੇ ਦਿੱਤੀ ਕਿ ਅਸੀਂ 33 ਕਰੋੜ ਜ਼ਿਲ੍ਹਿਆਂ ਨੂੰ ਰਿਲੀਜ਼ ਕਰਤਾ। ਇਹ ਤਾਂ ਪੁੱਛੋ 33 ਕਰੋੜ ਚੋਂ ਖਰਚ ਕੀ ਹੋਇਆ? 750 ਕਰੋੜ ਇਸ਼ਤਿਹਾਰ ਲਈ ਦੇਣ ਨੂੰ ਸੀਗਾ, ਤੇ ਜਿੱਥੇ ਲੋਕਾਂ ਦੀ ਸਾਰੀ ਅਰਥ ਵਿਵਸਥਾ ਜੀ ਤੇ ਟਿਕੀ ਹੈ, ਐਗਰੀਕਲਚਰ ਇਕਨੋਮੀ ਤੇ, ਉਹਨਾਂ ਦੀ ਐਸੀ ਤੈਸੀ ਫਿਰ ਗਈ ਹੈ ਬਿਕੋਜ਼ ਆਫ ਯੋਰ ਫੇਲੀਅਰਸ। ਤੇ ਉਹਦੇ ਵਾਸਤੇ ਤੁਹਾਡੀ ਕੋਈ ਹੈ ਨਹੀਂ। ਔਰ ਦਿੱਲੀ ਜਾ ਕੇ ਅੱਜ ਤੱਕ ਤੁਸੀਂ ਕਿਹੜਾ ਪੈਕੇਜ ਦੀ ਮੰਗ ਕੀਤੀ? ਮੈਂ ਤਾਂ ਆਪ ਚਾਹੁੰਦਾ ਗਵਰਨਮੈਂਟ ਆਫ ਇੰਡੀਆ ਸ਼ੁੱਡ ਗਿਵ ਅ ਪੈਕੇਜ, ਬਟ ਹੈਜ਼ ਦਾ ਮੁੱਖ ਮੰਤਰੀ ਗੌਣ ਦਾ ਤਾਂ ਕੇਵਲ ਤੇ ਕੇਵਲ ਗਾਲਾਂ ਕੱਢਣ 'ਤੇ ਜ਼ੋਰ ਹੈ। ਬਣਦੀ ਤੁਹਾਡੀ ਨਾ ਗਵਰਨਰ ਸਾਹਿਬ ਨੂੰ ਨਾਲ ਲੈ ਕੇ ਚੱਲ ਸਕਦੇ ਹੋ। ਦੇਖੋ ਡੈਮੋਕ੍ਰੇਸੀ ਦੀਆਂ ਇਹ ਤੁਹਾਨੂੰ ਸੈਂਟਰ, ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸਨ, ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਹੁੰਦੇ ਸਨ, ਉਹਨਾਂ ਤੋਂ ਕੰਮ ਲੈਣੇ ਪੈਂਦੇ ਸੀ। ਆਪ ਐਂਡ ਆਫ ਦਾ ਡੇ ਇਜ਼ ਦਾ ਪ੍ਰਧਾਨ ਮੰਤਰੀ। ਗਵਰਨਰ ਸਾਹਿਬ ਵੀ ਇੱਥੇ ਉਦੋਂ ਕਾਂਗਰਸ ਦੇ ਅਪਾਇੰਟਮੈਂਟ ਸੀ, ਮਗਰ ਬਾਦਲ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਸੀ। ਸੇਮ ਵੇ ਕੈਪਟਨ ਅਮਰਿੰਦਰ ਸਿੰਘ। ਐਵਰੀ ਮੁੱਖ ਮੰਤਰੀ ਡਿਊਟੀ, ਜਦੋਂ ਮੁੱਖ ਮੰਤਰੀ ਬਣ ਜਾਂਦਾ ਫਿਰ ਪਾਰਟੀ ਲਾਈਨਸ ਤੋਂ ਕ੍ਰਾਸ ਕਰਕੇ ਸਟੇਟ ਨੂੰ ਪਹਿਲਾਂ ਰੱਖ ਕੇ ਕੰਮ ਕਰਨ ਦੀ ਲੋੜ ਪੈਂਦੀ, ਜਿਹੜੀ ਨਹੀਂ ਹੋ ਰਹੀ। ਗਵਰਨਰ ਤੇ ਸਰਕਾਰ ਦੇ ਵਿਚਾਲੇ ਇਸ ਵੇਲੇ ਟੱਕਰ ਚੱਲ ਰਹੀ ਹੈ, ਤਿੱਖੀ ਹੁੰਦੀ ਜਾ ਰਹੀ ਹੈ ਲਗਾਤਾਰ। ਤੁਸੀਂ ਵੀ ਸਰਕਾਰਾਂ ਦੇ ਵਿੱਚ ਰਹੇ ਹੋ ਤੇ ਐਮਐਲਏ ਰਹੇ ਹੋ, ਤੇ ਮੁੱਖ ਮੰਤਰੀ ਦਾ ਦਾਅਵਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤਰੀਕੇ ਨਾਲ ਸੈਸ਼ਨ, ਤੇ ਕੈਪਟਨ ਸਾਹਿਬ ਵੇਲੇ ਵੀ ਇਸ ਤਰੀਕੇ ਨਾਲ ਉਹ ਕਰ ਲੈਂਦੇ ਸੀ, ਉਸ ਤੋਂ ਬਾਅਦ ਚ ਵਾਧਾ ਕਰ ਦਿੰਦੇ ਸੀ ਬੜੀ ਸੈਸ਼ਨ। ਤੇ ਜਿਹੜੇ ਹੁਣ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਟੱਕਰ ਹੈ, ਤੁਸੀਂ ਇਹਨੂੰ ਕਿਸ ਤਰੀਕੇ ਨਾਲ ਮੰਨਦੇ ਹੋ? ਦੇਖੋ ਬਿਲਕੁਲ ਤੁਹਾਡਾ ਨਾ ਸਵਾਲ ਬੜਾ ਵਧੀਆ, ਮਗਰ ਫੈਕਚੁਅਲੀ ਥੋੜਾ ਗਲਤ ਹੋ ਗਿਆ। ਕੋਈ ਵੀ ਜਦੋਂ ਬਜਟ ਸੈਸ਼ਨ ਹੋਇਆ, ਆਫਟਰ ਅ ਫਿਊ ਡੇਜ਼ ਤਾਂ ਮਤਲਬ ਵਾਪਸ ਸਿਟਿੰਗ ਹੋ ਗਈ। ਉਹ ਤਾਂ ਹੋਇਆ, ਕਦੇ ਇਹ ਨਹੀਂ ਹੋਇਆ ਕਿ 3 ਮਹੀਨੇ ਬਾਅਦ ਬਜਟ ਸੈਸ਼ਨ ਫੇਰ ਸ਼ੁਰੂ ਹੋ ਗਿਆ। ਨਾਟ ਇਨ, ਮੈਂ ਵੀ ਕਿੰਨੀ ਵਾਰੀ ਐਮਐਲਏ ਰਿਹਾ, ਮੈਨੂੰ ਨਹੀਂ ਚੇਤੇ ਜੀ। ਦੂਜੀ ਗੱਲ, ਤੁਸੀਂ ਗਵਰਨਰ ਨੂੰ ਮਿਸਲੀਡ ਕੀਤਾ ਔਰ ਉਹਨੂੰ ਉਲਟਾ ਚਿੱਠੀ ਲਿਖਤੀ ਕਿ ਤੈਨੂੰ ਕੁਝ ਨਹੀਂ ਪਤਾ। ਭਾਈ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਕਿਤੋਂ ਲੈਣੀ ਪੈਂਦੀ ਆ? ਕੈਬਨਿਟ ਜਦ ਪਾਸ ਕਰ ਦਿੰਦੀ ਆ, ਸਪੀਕਰ ਸਾਹਿਬ ਕੋਲ ਜਾਂਦਾ, ਸਪੀਕਰ ਸਾਹਿਬ ਅਖੀਰ 'ਚ ਗਵਰਨਰ ਸਾਹਿਬ ਤੋਂ ਮਨਜ਼ੂਰੀ ਲੈਂਦੇ ਆ। ਤੇ ਗਵਰਨਰ ਸਾਹਿਬ ਨੂੰ ਤਾਂ ਕਹਿਤਾ ਹਲੇ ਅਸੀਂ ਪਿਛਲਾ ਸੈਸ਼ਨ ਹੀ ਨਹੀਂ ਮੁਕਾਇਆ, ਤੇ ਏਜੰਡੇ ਉਹੀ ਨੇ। ਏਜੰਡੇ ਤਾਂ ਸਾਰੇ ਹੀ ਤੁਸੀਂ ਨਵੇਂ ਲੈ ਆਏ, ਪੁਰਾਣੇ ਤਾਂ ਏਜੰਡਾ ਹੀ ਕੋਈ ਨਹੀਂ ਸੀ। ਫਿਰ ਤੁਸੀਂ ਜੇ ਪੁਰਾਣੇ ਏਜੰਡੇ ਸੀ ਤਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਤਾਂ ਪਹਿਲਾਂ ਹੀ ਹੋ ਗਈ ਸੀ, ਫਿਰ ਨਵੇਂ ਸਿਰ ਤੇ ਕਿਉਂ ਕਰਨ ਦੀ ਲੋੜ ਸੀ? ਔਰ ਜਿਹੜੇ ਏਜੰਡੇ ਪਾਸ ਹੋਏ, ਤੁਸੀਂ ਮੈਨੂੰ ਇੱਕ ਦੱਸ ਦਿਓ, ਇੱਕ ਐਮਐਲਏ ਨੂੰ ਸੱਦ ਲਓ ਆਪੋਜੀਸ਼ਨ ਵਾਲੇ ਨੂੰ, ਆਪੋਜੀਸ਼ਨ ਛੱਡੋ, ਵਿਰੋਧੀ ਧਿਰ ਵਾਲੇ ਨੂੰ ਸੱਦ ਲਓ, ਜਾਂ ਪੁਰਾਣੀਆਂ ਉਹਨਾਂ ਦੀ ਸਟੇਟਮੈਂਟ ਕੱਢ ਲਓ ਜਿਸ ਦਿਨ ਦਾ ਸੈਸ਼ਨ ਸੀ, ਉਹਨਾਂ ਨੂੰ ਪਤਾ ਵੀ ਹੋਵੇ ਕਿ ਕਿਹੜਾ ਏਜੰਡਾ ਆਉਣਾ। ਮੈਂ ਡੀਜੀਪੀ ਦੀ ਪ੍ਰੈਸ ਕਾਨਫਰੰਸ ਤਾਂ ਮੈਂ ਕੀਤੀ ਹੈ ਕਿ ਉਹਦੇ ਡੀਜੀਪੀ ਦੀ ਅਪਾਇੰਟਮੈਂਟ ਦੇ ਰੂਲਸ ਬਦਲ ਰਹੇ ਆ, ਉਹ ਤਾਂ ਐਮਐਲਏ ਨੂੰ ਨਹੀਂ ਪਤਾ ਸੀ। ਸੋ ਚੀਫ ਮਿਨਿਸਟਰ ਇਜ਼ ਲਾਈਂਗ, ਝੂਠ ਬੋਲ ਰਹੇ ਆ, ਔਰ ਝੂਠ ਬੋਲ ਕੇ ਤੁਸੀਂ ਸੂਬਾ ਨਹੀਂ ਬਾਲਾ ਚਿਰ ਚਲਾ ਸਕਦੇ। ਤੁਹਾਨੂੰ ਹਾਂ, ਜਿੱਥੇ ਚੀਫ ਮਿਨਿਸਟਰ ਸਾਹਿਬ ਸਹੀ ਹੋਣਗੇ ਅਸੀਂ ਆਪ ਕਹਾਂਗੇ ਕਿ ਸਹੀ ਗੱਲ ਕਰ ਰਹੇ, ਮਗਰ ਇਸ ਸੈਸ਼ਨ ਦੇ ਮੁੱਦੇ 'ਚ ਨਿਰਾ ਝੂਠ ਹੀ ਬੋਲ ਰਹੇ ਆ, ਔਰ ਝੂਠ ਬੋਲਣ ਕਰਕੇ ਮੈਂ ਸਮਝਦਾ ਹੁਣ ਫਸ ਗਏ ਆ। ਦੇਖੋ ਮੈਂ ਇੱਕ ਚਿੱਠੀ ਬੜੀ ਛੇਤੀ ਇੱਕ ਲਿਖ ਹੀ ਰਿਹਾ, ਇਹ ਮੈਂ ਇਸ਼ੂ ਰੇਜ਼ ਕੀਤਾ ਸੀਗਾ ਤੇ ਤੁਸੀਂ ਕਈਆਂ ਨੇ ਉਸ ਗੱਲ ਨੂੰ ਚੱਕਿਆ, ਤੇ ਕਈਆਂ ਦੇ ਮੈਨੂੰ ਪਰ ਲੱਗਦਾ ਕੋਈ ਕਾਰਨ ਰਹਿ ਗਏ ਕਿ ਰਹਿ ਗਈ ਗੱਲ। ਜਿਸ ਤਰਜ਼ ਤੇ ਦਿੱਲੀ 'ਚ ਮਨੀਸ਼ ਸਿਸੋਦੀਆ ਤੇ ਜੈਨ ਅੰਦਰ ਦਿੱਤੇ ਆ ਲਿਕਰ ਸਕੈਮ 'ਚ, ਉਹੀ ਲਿਕਰ ਸਕੈਮ ਫੋਟੋਸਟੈਟ ਕਾਪੀ ਉਹਦੀ ਪੰਜਾਬ 'ਚ ਹੋਈ ਆ। ਉਹੀ ਬੰਦੇ ਜਿਹੜੇ ਦਿੱਲੀ ਅੰਦਰ ਗਏ ਆ, ਜਿਨ੍ਹਾਂ ਨੇ ਮੁਨਾਫਾ ਕਮਾਇਆ, ਜਿਨ੍ਹਾਂ ਦੇ 6 ਤੋਂ 12% ਇਨਕਮ ਵਧਾਈ ਗਈ ਸੀ, ਉਹਨਾਂ ਨੂੰ ਮਾਰਜਨ ਵਧਾਏ ਗਏ ਸੀ, ਉਹੀ ਬੰਦੇ ਇੱਥੇ ਇਨਵੋਲਡ ਨੇ। ਮੋਨੋਪੋਲਿਸਟਿਕ ਸਿਚੁਏਸ਼ਨ ਬਣਾਈ ਗਈ। ਪਹਿਲੇ ਸਾਲ ਦੀ ਪਾਲਿਸੀ 'ਚ ਇਹ ਸਾਰਾ ਕੁਝ ਹੋਇਆ, ਕਰੋੜਾਂ ਦਾ ਘਪਲਾ ਹੋਇਆ। ਦੂਜੇ ਸਾਲ ਦੀ ਪਾਲਿਸੀ 'ਚ ਕੈਬਨਿਟ ਦੀ ਸਬ ਕਮੇਟੀ
ਤੇ ਅਫਸਰ ਦੀ ਸਬ ਕਮੇਟੀ ਆਪ ਹੀ ਮੰਨ ਰਹੀ ਹੈ ਕਿ ਹਾਂ ਜੀ ਪਿਛਲੇ ਸਾਲ ਜੋ ਪਾਲਿਸੀ ਬਣਾਈ ਹੈ ਉਹਦੇ ਨਾਲ ਮੋਨੋਪੋਲੀ ਬਣੀ, ਮੋਨੋਪੋਲੀ ਬਣਨ ਕਰਕੇ 150-200 ਕਰੋੜ ਦਾ ਸਿੱਧਾ ਨੁਕਸਾਨ ਹੋਇਆ। ਮਤਲਬ ਮੁਨਾਫਾ ਕਿਹਨੂੰ ਹੋਇਆ? ਆਮ ਆਦਮੀ ਪਾਰਟੀ ਦੀ ਝੇਤਿਆਂ ਨੂੰ, ਜਿਹੜੇ ਦਿੱਲੀ 'ਚ ਅੰਦਰ ਦਿੱਤੇ ਹੋਇਆ। ਉਹ ਸਿੱਧੀ ਕਰਪਸ਼ਨ ਹੈ, ਉੱਤੇ ਕਾਰਵਾਈ ਕਿਉਂ ਨਹੀਂ ਗਵਰਨਰ ਸਾਹਿਬ ਆਰਡਰ ਕਰ ਰਹੇ? ਮੈਂ ਤਾਂ ਹੁਣ ਚਿੱਠੀ ਲਿਖ ਰਿਹਾ ਕਿ ਗਵਰਨਰ ਸਾਹਿਬ ਕਟਾਰੂ ਚੱਕ ਦੀ ਵੀਡੀਓ ਦਾ ਵੀ ਤੁਸੀਂ ਕਿਹਾ ਸੀਗਾ ਕਿ ਅਸਲੀ ਹੈ, ਤੁਸੀਂ ਚੰਡੀਗੜ੍ਹ ਕਾਰਵਾਈ ਕਰ ਸਕਦੇ ਸੀ, ਮਗਰ ਤੁਸੀਂ ਉਸ ਪੀੜਤ ਨੂੰ ਇਨਸਾਫ ਨਹੀਂ ਦਿੱਤਾ ਜਿਹਦਾ ਸ਼ੋਸ਼ਣ ਹੋਇਆ ਸੀ। ਜਸਟ ਮੈਂ ਸਮਝਦਾ ਬਿਕੋਜ਼ ਉਹ ਦਲਿਤ ਭਰਾ ਸੀ, ਕਮਜ਼ੋਰ ਵਰਗ ਦਾ, ਤੁਸੀਂ ਸਮਝ ਕੇ ਉਹਨੂੰ ਇਨਸਾਫ ਕਿਤੇ ਨਹੀਂ ਦੇ ਪਾਏ। ਵੀ ਹੈਵ ਆਲ ਫੇਲਡ ਐਜ਼ ਅ ਸੋਸਾਇਟੀ।